ਬੱਚੋ ਪਾਠ 1 ਵਿੱਚ ਅਸੀਂ ਪੜ੍ਹਾਂਗੇ ਟਾਈਪਿੰਗ ਟਿਊਟਰ ਬਾਰੇ। ਇਸ ਪਾਠ ਦੇ ਮੁੱਖ ਉਦੇਸ਼ ਹਨ ਟੱਚ ਟਾਈਪਿੰਗ, ਕੀਬੋਰਡ ਉੱਤੇ ਉਂਗਲਾਂ ਦੀ ਸਥਿਤੀ, ਨੂਮੈਰੀਕਲ ਕੀਪੈਡ, ਕੀਬੋਰਡ ਦੀਆਂ ਮਹੱਤਵਪੂਰਨ ਕੀਜ਼, ਅਨਮੋਲ ਲਿਪੀ, ਫੌਂਟ ਰਾਹੀਂ ਪੰਜਾਬੀ ਵਿੱਚ ਟਾਈਪਿੰਗ, ਟਾਈਪਿੰਗ ਸਪੀਡ ਵਧਾਉਣ ਲਈ ਹਿਦਾਇਤਾਂ, ਬੈਠਣ ਦਾ ਸਹੀ ਤਰੀਕਾ, ਲਗਾਤਾਰ ਟਾਈਪਿੰਗ ਕਰਨ ਉਪਰੰਤ ਹੋਣ ਵਾਲੇ ਤਣਾਅ ਅਤੇ ਬੇਆਰਾਮੀ ਤੋਂ ਬਚਣ ਲਈ ਸੁਝਾਅ। ਜਾਣ ਪਛਾਣ। ਬੱਚੋ ਇਸ ਪਾਠ ਵਿੱਚ ਅਸੀਂ ਟਾਈਪਿੰਗ ਵਿੱਚ ਮੁਹਾਰਤ ਹਾਸਲ ਕਰਨ ਦੇ ਤਰੀਕੇ ਸਿੱਖਾਂਗੇ। ਇਸ ਦੇ ਨਾਲ ਹੀ ਅਸੀਂ ਕੀਬੋਰਡ ਦੀ ਸਹੀ ਵਰਤੋਂ ਕਰਨੀ ਅਤੇ ਕੀਬੋਰਡ ਉੱਤੇ ਉਂਗਲਾਂ ਦੀ ਸਥਿਤੀ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ। ਟਾਈਪਿੰਗ ਟਿਊਟਰ ਇੱਕ ਪ੍ਰੋਗਰਾਮ ਹੈ ਜਿਸ ਰਾਹੀਂ ਅਸੀਂ ਟੱਚ ਟਾਈਪਿੰਗ ਕਰਨਾ ਸਿੱਖਦੇ ਹਾਂ। ਟੱਚ ਟਾਈਪਿੰਗ। ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਬਿਨਾਂ ਕੀਬੋਰਡ ਨੂੰ ਦੇਖੇ ਪੜਾਅ ਦਰ ਪੜਾਅ ਆਪਣੀਆਂ ਸਾਰੀਆਂ ਉਂਗਲਾਂ ਦੀ ਵਰਤੋਂ ਕਰਕੇ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰਨੀ ਸਿੱਖ ਸਕਦੇ ਹਾਂ। ਜੇਕਰ ਅਸੀਂ ਕੀਬੋਰਡ ਨੂੰ ਦੇਖ ਕੇ ਇੱਕ ਕੀ ਲੱਭ ਕੇ ਟਾਈਪਿੰਗ ਕਰਦੇ ਹਾਂ ਤਾਂ ਸਾਡੀ ਟਾਈਪਿੰਗ ਸਪੀਡ ਬਹੁਤ ਘੱਟ ਹੋ ਜਾਂਦੀ ਹੈ। ਹੇਠਾਂ ਦਿੱਤੇ ਅਨੁਸਾਰ ਕੀਬੋਰਡ ਨੂੰ 2 ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਭਾਗ ਖੱਬੇ ਹੱਥ ਲਈ ਅਤੇ ਦੂਸਰਾ ਭਾਗ ਸੱਜੇ ਹੱਥ ਲਈ ਹੈ। ਬੱਚੋ ਅੱਗੇ ਹੈ ਕੀਬੋਰਡ ਉੱਤੇ ਉਂਗਲਾਂ ਦੀ ਸਥਿਤੀ। ਖੱਬੇ ਪਾਸੇ ਵਾਲੀਆਂ ਕੀਜ਼ ਖੱਬੇ ਹੱਥ ਦੀਆਂ ਉਂਗਲਾਂ ਨਾਲ ਦਬਾਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਸੱਜੇ ਪਾਸੇ ਵਾਲੀਆਂ ਕੀਜ਼ ਸੱਜੇ ਹੱਥ ਦੀਆਂ ਉਂਗਲਾਂ ਨਾਲ ਦਬਾਈਆਂ ਜਾਂਦੀਆਂ ਹਨ। ਕੀਬੋਰਡ ਦੀਆਂ ਮੁੱਖ 4 ਲਾਈਨਾਂ ਹੁੰਦੀਆਂ ਹਨ। ਦੋਹਾਂ ਹੱਥਾਂ ਦੀਆਂ ਉਂਗਲਾਂ ਨੂੰ A ਤੋਂ ਸ਼ੁਰੂ ਹੋਣ ਵਾਲੀ ਲਾਈਨ ਉੱਤੇ ਰੱਖਿਆ ਜਾਂਦਾ ਹੈ। ਉੱਪਰਲੀ ਜਾਂ ਹੇਠਲੀ ਲਾਈਨ ਦੀ ਕਿਸੇ ਕੀ ਨੂੰ ਦਬਾਉਣ ਉਪਰੰਤ ਉਂਗਲਾਂ ਫਿਰ ਇਸੇ ਲਾਈਨ ਉੱਤੇ ਵਾਪਸ ਆ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਇਸ ਲਾਈਨ ਨੂੰ ਹੋਮ ਰੋ ਕਿਹਾ ਜਾਂਦਾ ਹੈ। ਹੋਮ ਰੋ। ਹੇਠ ਦਿੱਤੇ ਅਨੁਸਾਰ ਹੋਮ ਰੋ ਉੱਤੇ ਉਂਗਲਾਂ ਦੀ ਸਥਿਤੀ ਦਿਖਾਈ ਗਈ ਹੈ। ਆਪਣੀਆਂ ਉਂਗਲਾਂ ਨੂੰ ਹੋਮ ਰੋ ਦੀ ਪੋਜੀਸ਼ਨ ਵਿੱਚ ਕੀਬੋਰਡ ਉੱਤੇ ਰੱਖੋ। ਸਭ ਤੋਂ ਪਹਿਲਾਂ ਸਾਡੇ ਖੱਬੇ ਹੱਥ ਦੀ ਚੌਥੀ ਉਂਗਲ ਯਾਨੀ ਕਿ ਲਿਟਲ ਫਿੰਗਰ A ਕੀ ਉੱਤੇ, ਤੀਸਰੀ ਉਂਗਲ S ਕੀ ਉੱਤੇ, ਦੂਸਰੀ ਉਂਗਲ D ਕੀ ਉੱਤੇ ਅਤੇ ਪਹਿਲੀ ਉਂਗਲ F ਕੀ ਅਤੇ ਵਾਰੀ-ਵਾਰੀ G ਕੀ ਉੱਤੇ ਹੋਣੀ ਚਾਹੀਦੀ ਹੈ। ਇਸੇ ਪ੍ਰਕਾਰ ਸੱਜੇ ਹੱਥ ਦੀ ਚੌਥੀ, ਤੀਸਰੀ, ਦੂਸਰੀ ਅਤੇ ਪਹਿਲੀ ਉਂਗਲ ਕ੍ਰਮਵਾਰ L, K, J ਅਤੇ H ਉੱਤੇ ਹੋਣੀ ਚਾਹੀਦੀ ਹੈ। ਦੂਜੀ ਰੋ। ਮੰਨ ਲਵੋ ਸਾਡੀਆਂ ਉਂਗਲਾਂ ਹੋਮ ਕੀ ਉੱਤੇ ਸਥਿਤ ਹਨ। ਹੁਣ ਸਾਨੂੰ ਆਪਣੇ ਖੱਬੇ ਹੱਥ ਦੀ ਚੌਥੀ ਉਂਗਲ ਯਾਨੀ ਕਿ ਲਿਟਲ ਫਿੰਗਰ ਨੂੰ Q ਕੀ ਉੱਤੇ, ਤੀਸਰੀ ਉਂਗਲ ਨੂੰ W ਕੀ ਉੱਤੇ, ਦੂਸਰੀ ਉਂਗਲ ਨੂੰ E ਕੀ ਉੱਤੇ ਅਤੇ ਪਹਿਲੀ ਉਂਗਲ ਨੂੰ R ਕੀ ਜਾਂ T ਕੀ ਉੱਤੇ ਵਾਰੀ-ਵਾਰੀ ਰੱਖੋ। ਇਸੇ ਤਰ੍ਹਾਂ ਸੱਜੇ ਹੱਥ ਦੀ ਚੌਥੀ ਉਂਗਲ ਨੂੰ P ਕੀ ਉੱਤੇ, ਤੀਸਰੀ ਉਂਗਲ ਨੂੰ O ਕੀ ਉੱਤੇ, ਦੂਸਰੀ ਉਂਗਲ ਨੂੰ I ਕੀ ਉੱਤੇ ਅਤੇ ਪਹਿਲੀ ਉਂਗਲ ਨੂੰ U ਉੱਤੇ ਜਾਂ Y ਕੀ ਉੱਤੇ ਵਾਰੀ-ਵਾਰੀ ਰੱਖੋ। ਬੱਚੋ ਅੱਗੇ ਹੈ ਤੀਜੀ ਰੋ। ਮੰਨ ਲਵੋ ਕਿ ਸਾਡੀਆਂ ਉਂਗਲਾਂ ਹੋਮ ਕੀ ਉੱਤੇ ਸਥਿਤ ਹਨ। ਹੁਣ ਸਾਡੇ ਖੱਬੇ ਹੱਥ ਦੀ ਚੌਥੀ ਉਂਗਲ ਯਾਨੀ ਕਿ ਸਾਡੀ ਲਿਟਲ ਫਿੰਗਰ ਨੂੰ Z ਕੀ ਉੱਤੇ ਜਾਵੇਗੀ ਤੇ ਫਿਰ ਵਾਪਸ ਹੋਮ ਰੋ ਉੱਤੇ ਆ ਜਾਵੇਗੀ। ਇਸੇ ਤਰ੍ਹਾਂ ਤੀਸਰੀ ਉਂਗਲ X ਕੀ ਉੱਤੇ, ਦੂਸਰੀ ਉਂਗਲ C ਕੀ ਅਤੇ ਪਹਿਲੀ ਉਂਗਲ V ਕੀ ਜਾਂ B ਕੀ ਉੱਤੇ ਵਾਰੀ-ਵਾਰੀ ਰੱਖੋ। ਇਸੇ ਤਰ੍ਹਾਂ ਸੱਜੇ ਹੱਥ ਦੀ ਚੌਥੀ ਉਂਗਲ ਸਲੈਸ਼ ਕੀ, ਤੀਸਰੀ ਉਂਗਲ ਨੂੰ ਫੁੱਲ ਸਟਾਪ ਕੀ ਉੱਤੇ, ਦੂਸਰੀ ਉਂਗਲ ਨੂੰ ਫੁੱਲ ਸਟਾਪ ਕੀ ਉੱਤੇ ਅਤੇ ਪਹਿਲੀ ਉਂਗਲ ਨੂੰ M ਕੀ ਜਾਂ N ਕੀ ਉੱਤੇ ਵਾਰੀ-ਵਾਰੀ ਰੱਖੋ। ਅੱਗੇ ਹੈ ਚੌਥੀ ਰੋ। ਚੌਥੀ ਰੋ ਅੰਕਾਂ ਦੀ ਕੀਜ਼ ਨਾਲ ਸੰਬੰਧਿਤ ਹੈ। ਅੰਕਾਂ ਨੂੰ ਟਾਈਪ ਕਰਦੇ ਸਮੇਂ ਬੜੀ ਸਾਵਧਾਨੀ ਨਾਲ ਕੰਮ ਕਰਨਾ ਚਾਹੀਦਾ ਹੈ। ਸਾਡੀਆਂ ਉਂਗਲਾਂ ਹੋਮ ਲਾਈਨੋਕ ਹੋਣੀਆਂ ਚਾਹੀਦੀਆਂ ਹਨ। ਅੰਕਾਂ ਨੂੰ 100% ਸਹੀ ਟਾਈਪ
ਕਰਨ ਲਈ ਸੁਝਾਅ ਦਿੱਤਾ ਜਾਂਦਾ ਹੈ ਕਿ ਜਿਹੜੇ ਅੰਕ ਵਾਲੀ ਕੀ ਦਬਾਉਣੀ ਹੈ ਉਸ ਦੀ ਸੰਬੰਧਿਤ ਉਂਗਲ ਨਾਲ ਉਸ ਨੂੰ ਦਬਾਉਣ ਤੇ ਫਿਰ ਹੋਮ ਕੀ ਉੱਤੇ ਵਾਪਸ ਲੈ ਆਓ। ਜੇਕਰ ਸਾਰਾ ਕੰਮ ਅੰਕਾਂ ਨਾਲ ਸੰਬੰਧਿਤ ਹੋਵੇ ਤਾਂ ਉਂਗਲਾਂ ਨੂੰ ਚੌਥੀ ਲਾਈਨ ਉੱਤੇ ਹੀ ਰੱਖੀ ਰੱਖੋ। ਅੱਗੇ ਹੈ ਨੂਮੈਰੀਕਲ ਕੀਪੈਡ। ਅੰਕਾਂ ਨੂੰ ਦਾਖਲ ਕਰਵਾਉਣ ਲਈ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਤੇਜ਼ ਤਰੀਕਾ ਹੈ ਨੂਮੈਰੀਕਲ ਕੀਪੈਡ। ਇਹ ਕੀਬੋਰਡ ਦੇ ਸੱਜੇ ਪਾਸੇ ਲੱਗੀ ਹੁੰਦੀ ਹੈ। ਆਪਣੀਆਂ ਉਂਗਲਾਂ ਨੂੰ ਨੂਮੈਰੀਕਲ ਕੀਪੈਡ ਉੱਤੇ ਹੇਠਾਂ ਲਿਖੇ ਅਨੁਸਾਰ ਰੱਖੋ। ਸੱਜੇ ਹੱਥ ਦਾ ਅੰਗੂਠਾ O ਉੱਤੇ, ਸੱਜੇ ਹੱਥ ਦੀ ਪਹਿਲੀ ਉਂਗਲ 4 ਉੱਤੇ, ਸੱਜੇ ਹੱਥ ਦੀ ਦੂਸਰੀ ਉਂਗਲ 5 ਉੱਤੇ, ਸੱਜੇ ਹੱਥ ਦੀ ਤੀਜੀ ਉਂਗਲ 6 ਉੱਤੇ ਰੱਖੋ। ਨੰਬਰ ਪੈਡ ਵਰਤਣ ਲਈ ਲੌਕ ਬਟਨ ਔਨ ਦੀ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਬਾਜ਼ਾਰ ਵਿੱਚ ਟਾਈਪਿੰਗ ਕਰਨ ਲਈ ਐਕਸਟਰਨਲ USB ਕੀਪੈਡ ਵੀ ਉਪਲਬਧ ਹਨ। ਕੀਬੋਰਡ ਦੀਆਂ ਖਾਸ ਕੀਜ਼। ਪਹਿਲਾ ਹੈ ਸਪੇਸ ਬਾਰ। ਦੋ ਸ਼ਬਦਾਂ ਵਿੱਚ ਖਾਲੀ ਥਾਂ ਯਾਨੀ ਕਿ ਸਪੇਸ ਛੱਡਣ ਲਈ ਸਪੇਸ ਬਾਰ ਕੀ ਦੀ ਵਰਤੋਂ ਕੀਤੀ ਜਾਂਦੀ ਹੈ। ਅਸੀਂ ਇਸ ਲਈ ਆਪਣੇ ਸੱਜੇ ਹੱਥ ਦੇ ਅੰਗੂਠੇ ਦੀ ਵਰਤੋਂ ਕਰਦੇ ਹਾਂ। ਐਂਟਰ ਕੀ। ਇਹ ਕੀ ਨਵੀਂ ਲਾਈਨ ਤੇ ਜਾਣ ਲਈ ਵਰਤੀ ਜਾਂਦੀ ਹੈ। ਐਂਟਰ ਕੀ ਦਬਾਉਣ ਲਈ ਅਸੀਂ ਆਪਣੇ ਸੱਜੇ ਹੱਥ ਦੀ ਸਭ ਤੋਂ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ। ਅੱਗੇ ਹੈ ਬੈਕ ਸਪੇਸ। ਇਹ ਕੀ ਕਰਸਰ ਦੇ ਖੱਬੇ ਪਾਸੇ ਇੱਕ ਅੱਖਰ ਮਿਟਾਉਣ ਲਈ ਵਰਤੀ ਜਾਂਦੀ ਹੈ। ਅਸੀਂ ਇਸ ਦੀ ਆਪਣੇ ਸੱਜੇ ਹੱਥ ਦੀ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ। ਸ਼ਿਫਟ ਕੀ। ਇਹ ਕੀ ਕੀਬੋਰਡ ਦੇ ਦੋਵੇਂ ਪਾਸੇ ਲੱਗੀ ਹੁੰਦੀ ਹੈ। ਇਹ ਵੱਡੇ ਅੱਖਰ ਯਾਨੀ ਕਿ ਕੈਪੀਟਲ ਲੈਟਰ ਲਿਖਣ ਲਈ ਵਰਤੀ ਜਾਂਦੀ ਹੈ। ਜੇਕਰ ਖੱਬੇ ਹੱਥ ਨਾਲ ਕੋਈ ਵੱਡਾ ਅੱਖਰ ਲਿਖਣਾ ਹੋਵੇ ਤਾਂ ਸੱਜੇ ਹੱਥ ਦੀ ਚੌਥੀ ਉਂਗਲ ਨਾਲ ਸ਼ਿਫਟ ਬਟਨ ਦਬਾਓ। ਇਸੇ ਤਰ੍ਹਾਂ ਸੱਜੇ ਹੱਥ ਨਾਲ ਵੱਡਾ ਲਿਖਣ ਲਈ ਅਸੀਂ ਖੱਬੇ ਹੱਥ ਦੀ ਚੌਥੀ ਉਂਗਲ ਨਾਲ ਸ਼ਿਫਟ ਬਟਨ ਦਬਾਉਂਦੇ ਹਾਂ। ਕੈਪਸ ਲੌਕ ਕੀ। ਜੇਕਰ ਪੂਰਾ ਸ਼ਬਦ, ਲਾਈਨ ਜਾਂ ਪੈਰਾ ਵੱਡੇ ਅੱਖਰਾਂ ਵਿੱਚ ਲਿਖਣਾ ਹੋਵੇ ਤਾਂ ਕੈਪਸ ਲੌਕ ਕੀ ਨੂੰ ON ਦੀ ਸਥਿਤੀ ਵਿੱਚ ਰੱਖੋ। ਅਸੀਂ ਇਸ ਲਈ ਆਪਣੇ ਖੱਬੇ ਹੱਥ ਦੀ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ। ਅੱਗੇ ਹੈ ਅਨਮੋਲ ਲਿਪੀ ਰਾਹੀਂ ਪੰਜਾਬੀ ਵਿੱਚ ਟਾਈਪਿੰਗ। ਅਨਮੋਲ ਲਿਪੀ ਫੌਂਟ ਰਾਹੀਂ ਅਸੀਂ ਆਸਾਨੀ ਨਾਲ ਪੰਜਾਬੀ ਵਿੱਚ ਟਾਈਪਿੰਗ ਕਰ ਸਕਦੇ ਹਾਂ। ਅਸੀਂ ਅੰਗਰੇਜ਼ੀ ਭਾਸ਼ਾ ਦੀ ਟਾਈਪਿੰਗ ਵਿੱਚ ਵਰਤੀ ਜਾਣ ਵਾਲੀ ਉਂਗਲਾਂ ਦੀ ਸਥਿਤੀ ਅਨੁਸਾਰ ਪੰਜਾਬੀ ਭਾਸ਼ਾ ਵਿੱਚ ਵੀ ਟਾਈਪਿੰਗ ਦਾ ਅਭਿਆਸ ਕਰ ਸਕਦੇ ਹਾਂ, ਪਰ ਟਾਈਪ ਕਰਨ ਤੋਂ ਪਹਿਲਾਂ ਸਾਨੂੰ ਅਨਮੋਲ ਲਿਪੀ ਫੌਂਟ ਚੁਣਨਾ ਪਵੇਗਾ। ਅਨਮੋਲ ਲਿਪੀ ਕੀ ਮੈਪ ਹੇਠਾਂ ਦਿਖਾਏ ਅਨੁਸਾਰ ਹੈ। ਟਾਈਪਿੰਗ ਸਪੀਡ ਵਧਾਉਣ ਲਈ ਹਿਦਾਇਤਾਂ। ਸਾਡੇ ਹੱਥ ਉਂਗਲਾਂ ਦੀ ਸਥਿਤੀ ਹਮੇਸ਼ਾ ਹੋਮ ਰੋ ਉੱਤੇ ਹੋਣੀ ਚਾਹੀਦੀ ਹੈ। ਸਾਨੂੰ ਹਮੇਸ਼ਾ ਇਸ ਸਥਿਤੀ ਤੋਂ ਸ਼ੁਰੂ ਕਰਨਾ ਤੇ ਵਾਪਸ ਆਉਣਾ ਚਾਹੀਦਾ ਹੈ। ਸਾਨੂੰ ਹੋਮ ਰੋ ਪੋਜੀਸ਼ਨ ਤੋਂ ਹੋਰਨਾਂ ਕੀਜ਼ ਤੱਕ ਪਹੁੰਚ ਕਰਨੀ ਚਾਹੀਦੀ ਹੈ। ਸਾਨੂੰ ਰਫ਼ਤਾਰ ਨਾਲੋਂ ਆਪਣਾ ਧਿਆਨ ਸਹੀ ਕੀ ਦਬਾਉਣ ਉੱਤੇ ਵੱਧ ਰੱਖਣਾ ਚਾਹੀਦਾ ਹੈ। ਰਫ਼ਤਾਰ ਜਾਂ ਸਪੀਡ ਸਮੇਂ ਅਤੇ ਅਭਿਆਸ ਨਾਲ ਆਪਣੇ ਆਪ ਆ ਜਾਵੇਗੀ। ਕੀਬੋਰਡ ਉੱਤੇ ਨਾ ਦੇਖੋ। ਲਗਾਤਾਰ ਆਰਾਮ ਨਾਲ ਅਤੇ ਸਹੀ ਟਾਈਪਿੰਗ ਕਰਨ ਵੱਲ ਧਿਆਨ ਰੱਖੋ। ਜਿਵੇਂ ਜਿਵੇਂ ਅਸੀਂ ਹਰ ਇੱਕ ਕੀ ਨੂੰ ਦਬਾਉਂਦੇ ਹਾਂ ਸਾਨੂੰ ਉਹ ਅੱਖਰ ਆਪਣੇ ਮਨ ਵਿੱਚ ਦੁਹਰਾਉਣਾ ਚਾਹੀਦਾ ਹੈ। ਅੱਗੇ ਹੈ ਬੱਚੋ ਬੈਠਣ ਦਾ ਤਰੀਕਾ। ਟਾਈਪਿੰਗ ਕਰਦੇ ਸਮੇਂ ਸਾਨੂੰ ਬੈਠਣ ਦੇ ਸਹੀ ਤਰੀਕੇ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ ਲਈ ਹੇਠਾਂ ਲਿਖੀਆਂ ਗੱਲਾਂ ਉੱਤੇ ਹਮੇਸ਼ਾ ਅਮਲ ਕਰੋ। ਸਾਨੂੰ ਬਿਲਕੁਲ ਸਿੱਧੇ ਅਤੇ ਕੀਬੋਰਡ ਦੇ ਬਿਲਕੁਲ ਸਾਹਮਣੇ ਬੈਠਣਾ ਚਾਹੀਦਾ ਹੈ। ਸਾਡੇ ਪੈਰ ਜ਼ਮੀਨ ਉੱਤੇ ਸਿੱਧੇ ਹੋਣੇ ਚਾਹੀਦੇ ਹਨ। ਕੰਪਿਊਟਰ ਦਾ ਮੋਨੀਟਰ ਸਾਡੀਆਂ ਅੱਖਾਂ ਦੇ ਬਰਾਬਰ ਸਾਹਮਣੇ ਹੋਣਾ ਚਾਹੀਦਾ ਹੈ। ਸਾਡੀ ਨਜ਼ਰ ਮੋਨੀਟਰ ਉੱਤੇ ਜਾਂ ਕਾਪੀ ਉੱਤੇ ਹੋਣੀ ਚਾਹੀਦੀ ਹੈ। ਸਾਡੀਆਂ ਉਂਗਲਾਂ ਗੋਲਾਈ ਵਿੱਚ ਅਤੇ ਹੋਮ ਰੋ ਕੀਜ਼ ਉੱਤੇ ਹੋਣੀਆਂ ਚਾਹੀਦੀਆਂ ਹਨ। ਸਾਨੂੰ ਹਰ ਇੱਕ ਕੀ ਨੂੰ ਦਬਾ ਕੇ ਮੁੜ ਹੋਮ ਰੋ ਪੋਜੀਸ਼ਨ ਉੱਤੇ ਆਉਣਾ ਚਾਹੀਦਾ ਹੈ। ਬੱਚੋ ਅੱਗੇ ਹੈ ਲਗਾਤਾਰ ਟਾਈਪਿੰਗ ਕਰਨ ਉਪਰੰਤ ਹੋਣ ਵਾਲੇ ਤਣਾਅ ਤੋਂ ਬਚਣ ਲਈ ਸੁਝਾਅ। ਆਪਣੇ ਕੰਪਿਊਟਰ ਦੇ ਸਾਹਮਣੇ ਸਹੀ ਢੰਗ ਨਾਲ ਬੈਠੋ। ਸਾਡੀ ਸਕਰੀਨ ਸਾਡੇ ਤੋਂ 2 ਫੁੱਟ ਦੂਰ ਹੋਣੀ ਚਾਹੀਦੀ ਹੈ ਅਤੇ ਸਾਡੀ ਕਾਪੀ ਸਾਡੀਆਂ ਅੱਖਾਂ ਦੇ ਸਾਹਮਣੇ ਹੋਣੀ ਚਾਹੀਦੀ ਹੈ। ਜੇਕਰ ਕੁਰਸੀ ਤੇ ਬੈਠ ਕੇ ਸਾਡੇ ਗੋਡੇ 90 ਡਿਗਰੀ ਤੇ ਮੁੜੇ ਹੋਏ ਹਨ ਅਤੇ ਸਾਡੇ ਪੈਰ ਜ਼ਮੀਨ ਤੇ ਸਿੱਧੇ ਹਨ ਤਾਂ ਸਾਡੀ ਕੁਰਸੀ ਦੀ ਉਚਾਈ ਬਿਲਕੁਲ ਸਹੀ ਹੈ। ਆਪਣੇ ਕੀਬੋਰਡ ਨੂੰ ਇਸ ਤਰ੍ਹਾਂ ਸੈੱਟ ਕਰੋ ਕਿ ਉਹ ਬਿਲਕੁਲ ਸਿੱਧਾ ਅਤੇ ਪਿੱਛੋਂ ਹਲਕਾ ਜਿਹਾ ਉੱਠਿਆ ਹੋਵੇ।
ਆਪਣੇ ਕੀਬੋਰਡ ਨੂੰ ਹੇਠਾਂ ਵੱਲ ਝੁਕਿਆ ਹੋਇਆ ਨਾ ਰੱਖੋ। ਟਾਈਪਿੰਗ ਕਰਦੇ ਸਮੇਂ ਆਪਣੇ ਗੁੱਟਾਂ ਨੂੰ ਸਿੱਧੇ ਰੱਖੋ ਅਤੇ ਕੂਹਣੀਆਂ ਨੂੰ 90 ਡਿਗਰੀ ਦੇ ਐਂਗਲ 'ਤੇ ਮੋੜੋ। ਟਾਈਪਿੰਗ ਕਰਦੇ ਸਮੇਂ ਸਾਡੇ ਗੁੱਟ ਟੇਬਲ ਉੱਤੇ ਟਿਕੇ ਨਹੀਂ ਹੋਣੇ ਚਾਹੀਦੇ। ਜਦੋਂ ਅਸੀਂ ਟਾਈਪਿੰਗ ਨਹੀਂ ਕਰ ਰਹੇ ਤਾਂ ਸਾਨੂੰ ਆਪਣੇ ਗੁੱਟਾਂ ਨੂੰ ਆਰਾਮ ਦੇਣਾ ਚਾਹੀਦਾ ਹੈ। ਟਾਈਪਿੰਗ ਦੌਰਾਨ ਇੱਕ ਵੱਡੇ ਅੰਤਰਾਲ ਦੀ ਜਗ੍ਹਾ ਥੋੜ੍ਹੇ ਸਮੇਂ ਲਈ ਆਰਾਮ ਕਰੋ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਅੰਤਰਾਲ ਦੌਰਾਨ ਆਪਣੀਆਂ ਬਾਹਾਂ ਨੂੰ ਖਿੱਚੋ ਅਤੇ ਆਪਣੀਆਂ ਬਾਹਾਂ ਨੂੰ ਕਸਰਤ ਨਾਲ ਮਜ਼ਬੂਤ ਬਣਾਓ। ਰੋਜ਼ਾਨਾ ਕਸਰਤ ਕਰੋ। ਇਸ ਨਾਲ ਸਾਡਾ ਸਰੀਰ ਟਾਈਪਿੰਗ ਕਰਨ ਉਪਰੰਤ ਹੋਣ ਵਾਲੇ ਤਣਾਅ ਤੋਂ ਬਚਣ ਵਿੱਚ ਮਦਦ ਕਰਦਾ ਹੈ।